देश के गृह मंत्री अमित शाह ने दिता हिंदी के इस्तेमाल करन दे उपर ज्यादा जोर। इस मौके ते गृह मंत्री अमित शाह ने कहा कि जदों नागरिक गल करन तां ओह भारत दी भाषा दे विच ही होवे। जी हां, एक गल बात कह दी गई है केंद्रीय गृह मंत्री अमित शाह जी दे वल्लों। अमित शाह ने गुरुवार ਨੂੰ ਸੁਝਾਅ ਦਿੱਤਾ ਹੈ ਕਿ ਦੂਸਰੇ ਰਾਜਾਂ ਦੇ ਲੋਕਾਂ ਨੂੰ ਅੰਗਰੇਜ਼ੀ ਨਹੀਂ ਬਲਕਿ ਹਿੰਦੀ ਦੇ ਵਿੱਚ ਇੱਕ ਦੂਸਰੇ ਦੇ ਨਾਲ ਸੰਵਾਦ ਕਰਨਾ ਚਾਹੀਦਾ ਹੈ, ਗੱਲਬਾਤ ਕਰਨੀ ਚਾਹੀਦੀ ਹੈ। ਕੇਂਦਰੀ ਗ੍ਰਹਿ ਮੰਤਰਾਲਾ ਦੁਆਰਾ ਜਾਰੀ ਕੀਤੇ ਗਏ ਇੱਕ ਬਿਆਨ ਦੇ ਮੁਤਾਬਿਕ ਸ਼ਾਹ ਨੇ ਇੱਥੇ ਸੰਸਦੀ ਰਾਜ ਭਾਸ਼ਾ ਸਮਿਤੀ ਦੀ 37ਵੀਂ ਬੈਠਕ ਦੇ ਵਿੱਚ ਅਧਿਕਸ਼ਤਾ ਕਰਦੇ ਹੋਏ ਯਾਨੀ ਕਿ ਪ੍ਰਧਾਨਗੀ ਕਰਦੇ ਹੋਏ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਰੇਕ ਫੈਸਲੇ ਦਾ ਅਸੀਂ ਸਵੀਕਾਰ ਕਰਦੇ ਹਾਂ ਅਤੇ ਇਸ ਦਾ ਪਾਲਣ ਕਰਨਾ ਸਾਡਾ ਫਰਜ਼ ਵੀ ਬਣਦਾ ਹੈ। ਉਹਨਾਂ ਨੇ ਕਿਹਾ ਹੈ ਕਿ ਸਰਕਾਰ ਚਲਾਉਣ ਦੇ ਮਾਧਿਅਮ ਰਾਜ ਭਾਸ਼ਾ ਹੈ ਅਤੇ ਇਹ ਨਿਸ਼ਚਿਤ ਤੌਰ ਤੇ ਹਿੰਦੀ ਦੇ ਮਹੱਤਵ ਨੂੰ ਹੋਰ ਵੀ ਜ਼ਿਆਦਾ ਵਧਾਉਣ ਵਾਲੀ ਗੱਲਬਾਤ ਹੈ। ਉਹਨਾਂ ਨੇ ਇੱਥੇ ਮੌਜੂਦ ਮੈਂਬਰਾਂ ਨੂੰ ਦੱਸਿਆ ਹੈ ਕਿ ਮੰਤਰੀ ਮੰਡਲ ਦਾ 70% ਏਜੰਡਾ ਹੁਣ ਹਿੰਦੀ ਦੇ ਵਿੱਚ ਤਿਆਰ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਹੈ ਕਿ ਹੁਣ ਵਕਤ ਆ ਚੁੱਕਾ ਹੈ ਕਿ ਰਾਜ ਭਾਸ਼ਾ ਹਿੰਦੀ ਨੂੰ ਦੇਸ਼ ਦੀ ਏਕਤਾ ਦਾ ਇੱਕ ਹੋਰ ਮਹੱਤਵਪੂਰਨ ਹਿੱਸਾ ਬਣਾਇਆ ਜਾ ਸਕੇ। ਬਿਆਨ ਦੇ ਮੁਤਾਬਿਕ ਉਹਨਾਂ ਨੇ ਕਿਹਾ ਹੈ ਕਿ ਹਿੰਦੀ ਨੂੰ ਸਵੀਕਾਰ ਕਰਨਾ ਸਥਾਨਕ ਭਾਸ਼ਾਵਾਂ ਦੇ ਬਦਲੇ ਨਹੀਂ ਬਲਕਿ ਇੰਗਲਿਸ਼ ਦੇ ਵਿਕਲਪ ਦੇ ਰੂਪ ਦੇ ਵਿੱਚ ਹੋਣਾ ਚਾਹੀਦਾ ਹੈ। ਇਸ ਖਾਸ ਮੌਕੇ ਦੇ ਉੱਪਰ ਸ਼ਾਹ ਨੇ ਇਹ ਵੀ ਕਿਹਾ ਹੈ ਕਿ ਜਦੋਂ ਤੱਕ ਹੋਰ ਭਾਸ਼ਾਵਾਂ ਦੇ ਸ਼ਬਦਾਂ ਨੂੰ ਲੈ ਕੇ ਹਿੰਦੀ ਦੇ ਵਿੱਚ ਸਰਵਗਾਹੀ ਨਹੀਂ ਆਉਂਦੀ ਅਤੇ ਇਸ ਦੇ ਵਿੱਚ ਸੰਤੁਲਨ ਨਹੀਂ ਬਣ ਪਾਉਂਦਾ ਉਦੋਂ ਤੱਕ ਇਸ ਦਾ ਪ੍ਰਚਾਰ ਪ੍ਰਸਾਰ ਨਹੀਂ ਹੋ ਪਾਏਗਾ। ਗ੍ਰਹਿ ਮੰਤਰੀ ਨੇ ਨਾਲ ਹੀ ਕਿਹਾ ਹੈ ਕਿ ਹੋਰ ਭਾਸ਼ਾਵਾਂ ਵਾਲੇ ਰਾਜਾਂ ਦੇ ਨਾਗਰਿਕ ਜਦੋਂ ਆਪਸ ਦੇ ਵਿੱਚ ਸੰਵਾਦ ਕਰਨ ਤਾਂ ਉਹ ਭਾਰਤ ਦੀ ਭਾਸ਼ਾ ਦੇ ਵਿੱਚ ਹੀ ਹੋਵੇ ਅਤੇ ਉਹ ਸਿਰਫ ਤੇ ਸਿਰਫ ਹਿੰਦੀ ਦੇ ਵਿੱਚ ਹੀ ਹੋਵੇ ਬਲਕਿ ਅੰਗਰੇਜ਼ੀ ਨੂੰ ਇੰਨੀ ਜ਼ਿਆਦਾ ਮਹੱਤਵ ਦੇਣ ਦੀ ਕੋਈ ਵੀ ਜ਼ਰੂਰਤ ਨਹੀਂ ਹੈ। ਇਸ ਤੋਂ ਇਲਾਵਾ ਅਮਿਤ ਸ਼ਾਹ ਨੇ 3 ਮਹੱਤਵਪੂਰਨ ਬਿੰਦੂਆਂ ਦੇ ਉੱਪਰ ਕਾਫੀ ਜ਼ਿਆਦਾ ਜ਼ੋਰ ਦੇ ਕੇ ਗੱਲਬਾਤ ਵੀ ਕੀਤੀ, ਜਿੱਥੇ ਕਿ ਉਹਨਾਂ ਨੇ ਕਿਹਾ ਹੈ ਕਿ ਸਮਿਤੀ ਨੇ ਇਸ ਦੀ ਰਿਪੋਰਟ ਦੇ ਪਹਿਲਾਂ ਤੋਂ ਲੈ ਕੇ 11ਵੇਂ ਖੰਡ ਤੱਕ ਦੀ ਸਾਰੀਆਂ ਸਿਫਾਰਸ਼ਾਂ ਨੂੰ ਲਾਗੂ ਕਰਨ ਦੇ ਵਾਸਤੇ ਜੁਲਾਈ ਦੇ ਵਿੱਚ ਇੱਕ ਬੈਠਕ ਕਰਨ ਦਾ ਆਗ੍ਰਹਿ ਵੀ ਕੀਤਾ ਸੀ। ਸ਼ਾਹ ਨੇ ਕਿਹਾ ਹੈ ਕਿ ਦੂਸਰੇ ਬਿੰਦੂਆਂ ਦੇ ਤਹਿਤ ਉਹਨਾਂ ਨੇ 9ਵੀਂ ਕਲਾਸ ਤੱਕ ਦੇ ਛਾਤਰਾਵਾਂ ਨੂੰ ਜੀ ਹਾਂ 9ਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਨੂੰ ਹਿੰਦੀ ਦੇ ਵਿੱਚ ਸ਼ੁਰੂਆਤੀ ਗਿਆਨ ਪ੍ਰਦਾਨ ਕਰਨ ਦੇ ਉੱਪਰ ਜ਼ੋਰ ਵੀ ਦਿੱਤਾ ਹੈ। ਇਸ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਤੀਸਰੇ ਬਿੰਦੂ ਦੇ ਤਹਿਤ ਗ੍ਰਹਿ ਮੰਤਰੀ ਨੇ ਹਿੰਦੀ ਸ਼ਬਦਕੋਸ਼ ਦੀ ਸਮੀਖਿਆ ਕਰਕੇ ਇਸ ਨੂੰ ਪੁਨਰ ਪ੍ਰਕਾਸ਼ਿਤ ਕਰਨ ਦਾ ਸੁਝਾਅ ਦਿੱਤਾ ਹੈ ਅਤੇ ਇਸ ਮੌਕੇ ਦੇ ਉੱਪਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਅਵਸਰ ਦੇ ਉੱਪਰ ਖਾਸ ਤੌਰ ਤੇ ਸਮਿਤੀ ਨੂੰ ਰਿਪੋਰਟ ਦੇ 11ਵੇਂ ਖੰਡ ਨੂੰ राष्ट्रपति दे कोल आम सहमति दे वास्ते भेजण दी मंजूरी भी दे दी है। 11वां खंड भी जल्दी तैयार हो ऐसी मेरी अपेक्षाएं भी है और शुभकामनाएं भी है। मैं सिर्फ शब्द ही बोलता हूँ, भरतूरी साहब को मैं मदद तो करता नहीं, वो ही करते हैं, मगर जिस खंड के साथ इन्होंने 10वें खंड पर काम किया है हम सब ने एक बार हर्षनाद कर कर उनका अनुमोदन करना चाहिए कि बहुत अच्छा काम भरतूरी महाताब जी ने किया है। 11वां खंड तैयार होते ही और अब उन्होंने आज प्रस्ताव रखा है कि खंड के विषय भी तैयार हुए, ज्यादा अच्छी बात है, खंड के विषय भी होने चाहिए। और मेरा उनसे आग्रह है कि हमारे कार्य क्षेत्र के बाहर का भी एक विषय सुझावात्मक तरीके से हर खंड में आप ले लीजिए। मैं इतना विश्वास दिलाता हूं उपाध्यक्ष जी को, इसको मैं सरकार में मेरे संपूर्ण प्रभाव का उपयोग कर कर लागू कराने का मैं प्रयास करूंगा। हमारा कार्य क्षेत्र बढ़ाने की जरूरत नहीं, हम सुझाव तो दे ही सकते, सुझाव का कोई कार्य क्षेत्र नहीं होता है और सरकार हर सुझाव अच्छे सुझाव को स्वीकारने के लिए तैयार है। ये मैं आप सभी को विश्वास देना चाहता हूं। जब हम 75वें आजादी के वर्ष में प्रवेश करने जा रहे हैं, इस वर्ष में हमारी समिति की प्रासंगिकता और उपयोगिता दोनों बहुत बढ़ जाते हैं। हम इस जिम्मेदारी के एहसास के साथ इसका अनुभव करते हुए काम करें, गति बढ़ाएं और हिंदी को ज्यादा लोकभोग्य बनाएं, ऐसा आप सबसे निवेदन कर कर मैं मेरी बात को समाप्त करना चाहता। किते ना किते इत्थे जो सब तो वड्डी गल उभर के सामने आउंदी है ਉਹ ਇਹ ਹੈ ਕਿ ਅਮਿਤ ਸ਼ਾਹ ਨੇ ਹਿੰਦੀ ਦੇ ਉਪਯੋਗ ਦੇ ਉੱਪਰ ਜ਼ੋਰ ਦਿੱਤਾ ਹੈ ਅਤੇ ਉਹਨਾਂ ਨੇ ਕਿਹਾ ਹੈ ਕਿ ਆਪਸ ਦੇ ਵਿੱਚ ਸੰਵਾਦ ਕਰਨ ਦੇ ਵਕਤ ਜਦੋਂ ਵੀ ਭਾਸ਼ਾ ਦਾ ਇਸਤੇਮਾਲ ਕੀਤਾ ਜਾਵੇ ਦੂਸਰੇ ਰਾਜਾਂ ਦੇ ਅਤੇ ਦੂਸਰੀਆਂ ਮਾਂ ਬੋਲੀਆਂ ਦੇ ਲੋਕਾਂ ਦੇ ਵੱਲੋਂ ਤਾਂ ਆਪਸ ਦੇ ਵਿੱਚ ਕਨੈਕਟਿਵ ਲੈਂਗੁਏਜ ਜਿਹੜੀ ਹੁੰਦੀ ਹੈ ਉਹ ਅੰਗਰੇਜ਼ੀ ਦਾ ਵਿਕਲਪ ਨਾ ਹੋ ਕੇ ਰਾਜ ਭਾਸ਼ਾ ਹੋਵੇ, ਹਿੰਦੀ ਹੋਵੇ, ਤਾਂ ਕਿ ਅਸੀਂ ਹਿੰਦੀ ਨੂੰ ਪਹਿਲਤਾ ਦੇ ਸਕੀਏ ਅਤੇ ਹਿੰਦੀ ਨੂੰ ਅੱਗੇ ਲੈ ਕੇ ਵਧ ਸਕੀਏ। ਤਾਂ ਇਸ
ਸਾਰੀ ਦੀ ਸਾਰੀ ਗੱਲਬਾਤ ਦੇ ਬਾਰੇ ਵਿੱਚ ਅਤੇ ਅੰਗਰੇਜ਼ੀ ਦੇ ਇੱਕ ਵਿਕਲਪਿਕ ਦੀ ਜਗ੍ਹਾ ਦੇ ਉੱਪਰ ਇੱਕ ਦੂਸਰੀ ਭਾਸ਼ਾ ਯਾਨੀ ਕਿ ਹਿੰਦੀ ਦੇ ਅੱਗੇ ਲੈ ਕੇ ਆਉਣ ਦੀ ਗੱਲਬਾਤ ਨੂੰ ਕਿਵੇਂ ਵੇਖਦੇ ਹੋ, ਤੁਹਾਡਾ ਨਜ਼ਰੀਆ ਕੀ ਹੈ, ਇਸ ਦੇ ਬਾਰੇ 'ਚ ਕਮੈਂਟ ਸੈਕਸ਼ਨ ਦੇ ਵਿੱਚ ਆ ਕੇ ਆਪਣੀ ਰਾਏ ਸਾਂਝੀ ਕਰਨਾ ਬਿਲਕੁਲ ਵੀ ਨਾ ਭੁੱਲਣਾ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।